गुरु प्यारी साध संगत जी, वाहेगुरु जी का खालसा, वाहेगुरु जी की फतेह। गुरु प्यारिओ, साईं मियाँ मीर जी गुरु घर ਦੇ ਬੜੇ ਸਰਦਾਲੂ ਸਨ। ਸਾਈਂ ਜੀ ਨੂੰ ਮੁਗਲ ਬਾਦਸ਼ਾਹ ਤੇ ਆਮ ਇਨਸਾਨ ਆਪਣਾ ਪੀਰ ਮੰਨਦੇ ਸਨ। ਸਾਈਂ ਮੀਆਂ ਮੀਰ ਜੀ ਭਜਨ ਬੰਦਗੀ ਕਰਨ ਵਾਲੇ ਤੇ ਸਭ ਦਾ ਭਲਾ ਸੋਚਣ ਵਾਲੇ ਫਕੀਰ ਸਨ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਹੀ ਰੱਖੀ ਸੀ। ਸਾਹੀ ਕਾਜੀ ਦੀ ਪੁੱਤਰੀ ਬੀਬੀ ਕੌਲਾਂ ਜੀ ਸਾਈਂ ਜੀ ਦੀ ਬੜੀ ਮੁਰੀਦ ਸੀ। ਉਹ ਸਾਈਂ ਮੀਆਂ ਮੀਰ ਦੇ ਡੇਰੇ ਤੇ ਜਾ ਕੇ ਸਾਈਂ ਜੀ ਨਾਲ ਰੱਬੀ ਗਿਆਨ ਦੀ ਚਰਚਾ ਕਰਦੀ ਸੀ। ਸਾਈਂ ਜੀ ਦੇ ਮੂੰਹੋਂ ਬੀਬੀ ਕੌਲਾਂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸਿਫਤਾਂ ਸੁਣਦੀ ਰਹਿੰਦੀ ਸੀ। ਗੁਰੂ ਘਰ ਦੀ ਵਡਿਆਈ ਸੁਣ ਕੇ ਬੀਬੀ ਕੌਲਾਂ ਬੜੀ ਪ੍ਰਭਾਵਿਤ ਹੋਈ। ਕੌਲਾਂ ਦੀ ਇੱਛਾ ਹੋਈ ਕਿ ਮੈਂ ਗੁਰੂ ਜੀ ਦੇ ਦਰਸ਼ਨ ਜ਼ਰੂਰ ਕਰਾਂ, ਪਰ ਕੋਈ ਤਰੀਕਾ ਨਹੀਂ ਬਣਦਾ ਸੀ ਕਿ ਉਹ ਗੁਰੂ ਜੀ ਦੇ ਦਰਸ਼ਨ ਕਰ ਸਕੇ। ਅਖੀਰ ਬੀਬੀ ਕੌਲਾਂ ਦੇ ਗੁਰੂ ਘਰ ਨਾਲ ਪ੍ਰੇਮ ਨੇ ਐਸਾ ਤਰੀਕਾ ਬਣਾ ਦਿੱਤਾ ਤੇ ਉਹ ਬਾਬਾ ਬੁੱਢਾ ਜੀ ਦੇ ਸਹਿਜ ਸੁਭਾਅ ਕਹੇ ਵਚਨਾਂ ਸਦਕਾ ਗੁਰੂ ਦਰਬਾਰ ਵਿੱਚ ਪਹੁੰਚ ਗਈ। ਗੁਰੂ ਪਿਆਰਿਓ, ਇਤਿਹਾਸ ਵਿੱਚ ਹੈ ਕਿ ਕਾਬਲ ਦੀ ਸੰਗਤ ਨਾਲ ਇੱਕ ਸਿੱਖ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਇੱਕ ਬੜਾ ਸੁੰਦਰ ਅਰਬੀ ਘੋੜਾ ਭੇਟਾ ਕਰਨ ਲਈ ਲੈ ਕੇ ਆ ਰਿਹਾ ਸੀ। ਲਾਹੌਰ ਪਹੁੰਚਣ ਤੇ ਉਹ ਘੋੜਾ ਸੂਬੇ ਦੇ ਸਿਪਾਹੀਆਂ ਨੇ ਸਿੱਖ ਕੋਲੋਂ ਖੋਹ ਲਿਆ ਤੇ ਬਾਦਸ਼ਾਹ ਕੋਲ ਪਹੁੰਚਾ ਦਿੱਤਾ। ਸਿੱਖ ਨੇ ਬੜੀ ਫਰਿਆਦ ਕੀਤੀ, ਪਰ ਘੋੜਾ ਉਸ ਸਿੱਖ ਨੂੰ ਵਾਪਸ ਨਾ ਮਿਲਿਆ। ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਉਸ ਸਿੱਖ ਨੇ ਗੁਰੂ ਜੀ ਨੂੰ ਰਾਹ ਵਿੱਚ ਬੀਤੀ ਸਾਰੀ ਗੱਲ ਦੱਸੀ ਤੇ ਕਿਹਾ, ਮਹਾਰਾਜ ਜੀ, ਮੈਨੂੰ ਬੜਾ ਅਫਸੋਸ ਹੈ ਕਿ ਮੈਂ ਆਪ ਜੀ ਦੇ ਨਿਮਿਤ ਭੇਟ ਕੀਤਾ ਘੋੜਾ ਆਪ ਜੀ ਕੋਲ ਨਹੀਂ ਪਹੁੰਚਾ ਸਕਿਆ। ਤਾਂ ਗੁਰੂ ਜੀ ਨੇ ਕਿਹਾ, ਗੁਰਮੁਖਾ ਕੋਈ ਚਿੰਤਾ ਨਾ ਕਰ, ਤੇਰੀ ਇਹ ਭੇਟਾਂ ਕੁਝ ਸਮੇਂ ਤੱਕ ਸਾਡੇ ਕੋਲ ਆਪੇ ਹੀ ਆ ਜਾਏਗੀ। ਤੇਰੀ ਭੇਟਾਂ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ। ਗੁਰੂ ਪਿਆਰਿਓ, ਸੂਬੇ ਕੋਲ ਜਾ ਕੇ ਘੋੜਾ ਬਿਮਾਰ ਹੋ ਗਿਆ। ਬੜਾ ਇਲਾਜ ਕੀਤਾ ਪਰ ਘੋੜਾ ਠੀਕ ਨਾ ਹੋਇਆ। ਫਿਰ ਸੂਬੇ ਨੇ ਉਹ ਘੋੜਾ ਖੈਰਾਤ ਦੇ ਤੌਰ ਤੇ ਸਾਹੀ ਕਾਜੀ ਨੂੰ ਦੇ ਦਿੱਤਾ। ਕਾਜੀ ਨੇ ਘੋੜੇ ਦੀ ਦਵਾ ਦਾਰੂ ਕੀਤੀ ਪਰ ਘੋੜਾ ਤੰਦਰੁਸਤ ਨਾ ਹੋਇਆ। ਗੁਰੂ ਜੀ ਨੇ ਇੱਕ ਸਿੱਖ ਦੇ ਰਾਹੀਂ ਉਹ ਘੋੜਾ 10,000 ਰੁਪਏ ਨਾਲ ਖਰੀਦ ਲਿਆ। ਇਹ ਰਕਮ 1 ਮਹੀਨੇ ਬਾਅਦ ਸ੍ਰੀ ਅੰਮ੍ਰਿਤਸਰ ਵਿੱਚ ਦੇਣ ਦਾ ਇਕਰਾਰ ਕੀਤਾ ਗਿਆ। ਕਾਜੀ ਖੁਸ਼ ਹੋ ਗਿਆ ਕਿ ਮਰਨ ਕਿਨਾਰੇ ਪਹੁੰਚੇ ਘੋੜੇ ਦਾ 10,000 ਰੁਪਇਆ ਮਿਲ ਜਾਏਗਾ। ਸਤਿਗੁਰੂ ਜੀ ਕੋਲ ਪਹੁੰਚ ਕੇ ਘੋੜਾ ਕੁਝ ਦਿਨਾਂ ਵਿੱਚ ਹੀ ਤੰਦਰੁਸਤ ਹੋ ਗਿਆ। ਮਹੀਨਾ ਲੰਘਣ ਤੋਂ ਬਾਅਦ ਕਾਜੀ ਰੁਪਏ ਲੈਣ ਵਾਸਤੇ ਸ੍ਰੀ ਅੰਮ੍ਰਿਤਸਰ ਆਇਆ। ਬਾਬਾ ਬੁੱਢਾ ਜੀ ਨੂੰ ਮਿਲਿਆ ਤੇ ਰੁਪਈਏ ਮੰਗੇ। ਬਾਬਾ ਜੀ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਕਾਜੀ ਨੂੰ ਕਿਹਾ ਕਿ ਅਜੇ ਰੁਪਈਏ ਤਿਆਰ ਨਹੀਂ ਹਨ, ਕੁਝ ਦਿਨਾਂ ਬਾਅਦ ਆਉਣਾ। ਗੁਰੂ ਪਿਆਰਿਓ, ਕੁਝ ਦਿਨਾਂ ਬਾਅਦ ਕਾਜੀ ਫਿਰ ਆਇਆ ਤੇ ਰੁਪਈਏ ਮੰਗੇ। ਬਾਬਾ ਜੀ ਨੇ ਸਤਿਗੁਰੂ ਜੀ ਦੀ ਇੱਛਾ ਅਨੁਸਾਰ ਫਿਰ ਕਿਹਾ, ਅਜੇ ਰੁਪਈਆਂ ਦਾ ਇੰਤਜ਼ਾਮ ਨਹੀਂ ਹੋਇਆ ਹੈ, ਫਿਰ ਆਉਣਾ। ਰੁਪਈਏ ਨਾ ਮਿਲਣ ਤੇ ਕਾਜੀ ਬੜਾ ਦੁਖੀ ਹੋ ਰਿਹਾ ਸੀ ਕਿ ਕਾਹਲੀ ਨਾਲ ਮੈਂ ਐਡਾ ਕੀਮਤੀ ਘੋੜਾ ਕਿਉਂ ਵੇਚਿਆ। ਉਸ ਨੇ ਮਹਿਸੂਸ ਕੀਤਾ ਕਿ ਸਤਿਗੁਰੂ ਜੀ ਮੈਨੂੰ ਜਾਣ ਬੁੱਝ ਕੇ ਰੁਪਈਏ ਨਹੀਂ ਦੇ ਰਹੇ। ਜਾਪਦਾ ਹੈ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਘੋੜਾ ਕਿਸੇ ਸਿੱਖ ਕੋਲੋਂ ਖੋਇਆ ਗਿਆ ਹੈ, ਇਸ ਵਾਸਤੇ ਰੁਪਈਏ ਦੇਣ ਤੋਂ ਕੰਨੀ ਕਤਰਾ ਰਹੇ ਨੇ। ਕਾਜੀ ਨੂੰ ਸਾਹੀ ਕਾਜੀ ਹੋਣ ਦਾ ਘਮੰਡ ਸੀ। ਜਦੋਂ ਤੀਜੀ ਵਾਰੀ ਕਾਜੀ ਰੁਪਈਏ ਲੈਣ ਵਾਸਤੇ ਗੁਰੂ ਜੀ ਦੇ ਸਥਾਨ ਤੇ ਪਹੁੰਚਿਆ ਤਾਂ ਉਸ ਸਮੇਂ ਗੁਰੂ ਜੀ ਅੰਦਰ ਪਲੰਗ ਤੇ ਵਿਰਾਜੇ ਹੋਏ ਸਨ। ਬਾਹਰ ਬਾਬਾ ਬੁੱਢਾ ਜੀ ਬੈਠੇ ਹੋਏ ਸਨ। ਕਾਜੀ ਨੇ ਆ ਕੇ ਬੜੇ ਰੋਬ ਨਾਲ ਕਿਹਾ, ਬਾਬਾ ਜੀ, ਇਸ ਵੇਲੇ ਗੁਰੂ ਜੀ ਕਿੱਥੇ ਹਨ? ਬਾਬਾ ਜੀ ਨੇ ਕਿਹਾ, ਗੁਰੂ ਜੀ ਅੰਦਰ ਆਰਾਮ ਕਰ ਰਹੇ ਹਨ। ਤਦ ਕਾਜੀ ਨੇ ਕਿਹਾ, ਮੈਂ ਘੋੜੇ ਦੇ ਰੁਪਈਏ ਲੈਣ ਵਾਸਤੇ ਆਇਆ ਹਾਂ। ਤਾਂ ਬਾਬਾ ਜੀ ਨੇ ਕਿਹਾ, ਥੋੜਾ ਸਮਾਂ ਠਹਿਰੋ, ਗੁਰੂ ਜੀ ਬਾਹਰ
ਆਉਂਦੇ ਹਨ ਤਾਂ ਰੁਪਈਆਂ ਲਈ ਬੇਨਤੀ ਕਰਦੇ ਹਾਂ। ਕਾਜੀ ਨੇ ਕਿਹਾ, ਵੇਖੋ ਬਾਬਾ ਜੀ, ਤੁਸੀਂ ਮੈਨੂੰ ਜਾਣ ਬੁੱਝ ਕੇ ਖਰਾਬ ਕਰ ਰਹੇ ਹੋ। ਤੁਹਾਡੇ ਵਾਸਤੇ ਇਹ ਗੱਲ ਚੰਗੀ ਨਹੀਂ ਹੈ। ਬਾਬਾ ਜੀ ਨੇ ਕਿਹਾ, ਕਾਜੀ ਜੀ, ਗਰਮ ਹੋਣ ਦੀ ਲੋੜ ਨਹੀਂ, ਚੁੱਪ ਕਰਕੇ ਬੈਠ ਜਾਓ। ਜੇ ਬਹੁਤੇ ਕਾਲੇ ਹੋ ਤਾਂ ਵਾਪਸ ਚਲੇ ਜਾਓ, ਫਿਰ ਕਿਸੇ ਦਿਨ ਆ ਜਾਣਾ। ਤਾਂ ਕਾਜੀ ਨੇ ਕਿਹਾ, ਇਹਦਾ ਮਤਲਬ ਹੋਇਆ ਕਿ ਤੁਹਾਡੀ ਨੀਤ ਰੁਪਈਏ ਦੇਣ ਦੀ ਨਹੀਂ ਹੈ। ਬਾਬਾ ਬੁੱਢਾ ਜੀ ਨੇ ਕਿਹਾ, ਕਾਜੀ ਜੀ, ਜੋ ਤੁਸੀਂ ਘੋੜੇ ਦੇ ਪੈਸੇ ਮੰਗਦੇ ਹੋ, ਸੱਚ ਦੱਸੋ, ਇਹ ਘੋੜਾ ਤੁਸੀਂ ਕਿੱਥੋਂ ਲਿਆ ਸੀ? ਕਾਜੀ ਨੇ ਕਿਹਾ, ਮੈਂ ਇਹ ਘੋੜਾ ਸੂਬੇ ਕੋਲੋਂ ਲਿਆ ਸੀ। ਸੂਬੇ ਨੇ ਇਹ ਘੋੜਾ ਇੱਕ ਸਰਦਾਲੂ ਸਿੱਖ ਕੋਲੋਂ ਜ਼ਬਰਦਸਤੀ ਖੋਹ ਲਿਆ ਸੀ। ਤਾਂ ਬਾਬਾ ਜੀ ਨੇ ਕਿਹਾ, ਜੇ ਕਿਸੇ ਦੀ ਖੋਹੀ ਹੋਈ ਚੀਜ਼ ਉਸ ਕੋਲ ਵਾਪਸ ਆ ਜਾਏ ਤਾਂ ਫਿਰ ਉਹਦਾ ਮੁੱਲ ਕਾਹਦਾ? ਤਦ ਸਾਹੀ ਕਾਜੀ ਨੇ ਕਿਹਾ, ਚੰਗਾ, ਇਹ ਗੱਲ ਹੈ, ਯਾਦ ਰੱਖੋ ਬਾਬਾ ਜੀ, ਮੈਂ ਅੱਜ ਇਹ ਰੁਪਈਏ ਲੈ ਕੇ ਹੀ ਜਾਵਾਂਗਾ। ਜੇ ਅੱਜ ਰੁਪਈਏ ਨਾ ਮਿਲੇ ਤਾਂ ਫਿਰ ਗੁਰੂ ਦਾ ਜਵਾਈ ਬਣ ਕੇ ਇਹ ਰੁਪਈਏ ਲਵਾਂਗਾ। ਤੁਸੀਂ ਜਾਣਦੇ ਹੋ ਮੈਂ ਸਾਹੀ ਕਾਜੀ ਹਾਂ। ਬਾਬਾ ਜੀ ਨੇ ਕਿਹਾ, ਉਹ ਮੂਰਖਾ, ਤੇਰੀ ਇਹ ਹਿੰਮਤ, ਤੂੰ ਗੁਰੂ ਜੀ ਦਾ ਜਵਾਈ ਕੀ ਬਣਨਾ ਹੈ? ਗੁਰੂ ਹੀ ਤੇਰਾ ਜਵਾਈ ਬਣੇਗਾ। ਹੁਣ ਚੰਗੀ ਗੱਲ ਇਹ ਹੈ ਕਿ ਤੂੰ ਚੁੱਪ ਕਰਕੇ ਇੱਥੋਂ ਚਲਾ ਜਾ, ਨਹੀਂ ਤਾਂ ਤੇਰੀ ਖੈਰ ਨਹੀਂ। ਕਾਜੀ ਬਾਬਾ ਜੀ ਨੂੰ ਬੜੇ ਗੁੱਸੇ ਵਿੱਚ ਆਇਆ ਵੇਖ ਕੇ ਵੱਧ ਘੱਟ ਬੋਲਦਾ ਹੋਇਆ ਚਲਾ ਗਿਆ। ਸਤਿਗੁਰੂ ਜੀ ਬਾਬਾ ਜੀ ਦੀ ਕਾਜੀ ਨਾਲ ਹੋ ਰਹੀ ਗੱਲਬਾਤ ਅੰਦਰ ਸੁਣ ਰਹੇ ਸਨ। ਕਾਜੀ ਦੇ ਚਲੇ ਜਾਣ ਤੋਂ ਬਾਅਦ ਗੁਰੂ ਜੀ ਨੇ ਬਾਬਾ ਜੀ ਨੂੰ ਅੰਦਰ ਬੁਲਾਇਆ ਤੇ ਕਿਹਾ, ਮਹਾਂਪੁਰਸ਼ੋ, ਇਹ ਆਪ ਨੇ ਸਹਿ ਸੁਭਾ ਕੀ ਵਚਨ ਮੂੰਹੋਂ ਕੱਢ ਦਿੱਤਾ ਹੈ? ਤਾਂ ਬਾਬਾ ਜੀ ਨੇ ਕਿਹਾ, ਗੁਰੂ ਜੀ, ਇਹ ਵਚਨ ਜ਼ਰੂਰ ਪੂਰਾ ਹੋਵੇਗਾ। ਇਸ ਦੀ ਪੁੱਤਰੀ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਕੇ ਗੁਰੂ ਘਰ ਦੀ ਪ੍ਰੇਮਣ ਬਣ ਗਈ ਹੈ। ਉਹ ਆਪ ਦੇ ਚਰਨਾਂ ਵਿੱਚ ਪੁੱਜ ਕੇ ਮੁਕਤੀ ਪ੍ਰਾਪਤ ਕਰੇਗੀ। ਉਸ ਦੀ ਭਗਤੀ ਫਲੀਭੂਤ ਹੋਣ ਵਾਲੀ ਹੈ। ਸਤਿਗੁਰੂ ਜੀ ਨੇ ਕਿਹਾ, ਚੰਗਾ ਬਾਬਾ ਜੀ, ਆਪ ਜੀ ਦੇ ਕਹੇ ਹੋਏ ਵਚਨ ਕਦੀ ਖਾਲੀ ਨਹੀਂ ਜਾਂਦੇ। ਜੋ ਆਪ ਨੇ ਕਿਹਾ ਹੈ, ਕਿਸੇ ਦਿਨ ਇਹ ਵਚਨ ਪੂਰਾ ਹੋ ਕੇ ਰਹੇਗਾ। ਗੁਰੂ ਪਿਆਰਿਓ, ਇਸ ਦਿਨ ਤੋਂ ਬਾਅਦ ਕਾਜੀ ਰੁਪਈਏ ਲੈਣ ਨਹੀਂ ਆਇਆ। ਸਾਈਂ ਮੀਆਂ ਮੀਰ ਦੀ ਸੰਗਤ ਵਿੱਚ ਜਾਣ ਕਰਕੇ ਕਾਜੀ ਦੀ ਪੁੱਤਰੀ ਬੀਬਾ ਕੌਲਾਂ ਰੱਬੀ ਰੰਗ ਵਿੱਚ ਰੰਗੀ ਗਈ। ਹੁਣ ਉਸਨੂੰ ਦੁਨੀਆ ਨਾਲ ਕੋਈ ਮੋਹ ਨਾ ਰਿਹਾ। ਸਾਈਂ ਜੀ ਦੇ ਮੁਖੋਂ ਗੁਰੂ ਘਰ ਦੀ ਵਡਿਆਈ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਸੁਣ ਸੁਣ ਕੇ ਉਸ ਦਾ ਮਨ ਗੁਰੂ ਦਰਸ਼ਨਾਂ ਨੂੰ ਲੋਚਣ ਲੱਗ ਪਿਆ। ਉਸ ਦੀ ਇੱਛਾ ਇਹ ਹੋਈ ਕਿ ਕੋਈ ਵਿਧੀ ਬਣੇ ਕਿ ਮੈਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਵਾਂ। ਕੁਝ ਸਮੇਂ ਬਾਅਦ ਸ੍ਰੀ ਹਰਗੋਬਿੰਦ ਸਾਹਿਬ ਜੀ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਲਈ ਲਾਹੌਰ ਗਏ। ਕੌਲਾਂ ਨੇ ਸਤਿਗੁਰੂ ਜੀ ਦੀ ਆਉਣ ਦੀ ਖਬਰ ਸੁਣੀ ਤਾਂ ਜਿਸ ਰਾਹ ਤੋਂ ਗੁਰੂ ਜੀ ਨੇ ਲੰਘਣਾ ਸੀ, ਬੀਬੀ ਕੌਲਾਂ ਉਸ ਰਾਹ ਤੇ ਖੜੀ ਹੋ ਗਈ ਤੇ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਸਿੱਖਾਂ ਸਮੇਤ ਘੋੜੇ ਤੇ ਚੜ੍ਹੇ ਸਾਹੀ ਠਾਠ ਬਾਠ ਵਿੱਚ ਉਸ ਰਾਹ ਤੋਂ ਲੰਘੇ ਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਮੰਤਰ ਮੁਗਨ ਹੋ ਗਈ ਤੇ ਉਸ ਦੇ ਮਨ ਵਿੱਚ ਸਤਿਗੁਰੂ ਜੀ ਲਈ ਅਗਾਧ ਸ਼ਰਧਾ ਉਤਪੰਨ ਹੋ ਗਈ। ਹੁਣ ਉਹ ਹਰ ਸਮੇਂ ਸਤਿਗੁਰੂ ਜੀ ਦੀ ਮੋਹਣੀ ਸੂਰਤ ਨੂੰ ਹਿਰਦੇ ਵਿੱਚ ਵਸਾਈ ਰੱਖਦੀ। ਬੀਬੀ ਕੌਲਾਂ ਦੀ ਮਾਤਾ ਨੂੰ ਕੌਲਾਂ ਦੀਆਂ ਸਹੇਲੀਆਂ ਰਾਹੀਂ ਉਸ ਦੀ ਇਸ ਲਗਨ ਦਾ ਪਤਾ ਲੱਗ ਗਿਆ। ਉਸ ਨੇ ਕਾਜੀ ਨੂੰ ਦੱਸਿਆ ਕਿ ਸਾਈਂ ਮੀਆਂ ਮੀਰ ਦੀ ਸੰਗਤ ਵਿੱਚ ਜਾਣ ਕਰਕੇ ਕੌਲਾਂ ਗੁਰੂ ਘਰ ਦੀ ਮੁਰੀਦ ਬਣ ਗਈ ਹੈ। ਉਹ ਹਰ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਰੀਫ ਕਰਦੀ ਰਹਿੰਦੀ ਹੈ। ਗੁਰੂ ਪਿਆਰਿਓ, ਕਾਜੀ ਆਪਣੀ ਪਤਨੀ ਕੋਲੋਂ ਇਹ ਗੱਲ ਸੁਣ ਕੇ ਬਹੁਤ ਗੁੱਸੇ ਵਿੱਚ ਹੋ ਗਿਆ। ਉਹ ਘੋੜੇ ਦੇ ਰੁਪਏ ਨਾ ਮਿਲਣ ਕਰਕੇ ਪਹਿਲਾਂ ਹੀ ਗੁਰੂ ਜੀ ਦਾ ਵਿਰੋਧੀ ਸੀ। ਉਸ ਤੋਂ ਬਾਅਦ ਆਪਣੀ ਪੁੱਤਰੀ ਦਾ ਗੁਰੂ ਘਰ ਨਾਲ ਪ੍ਰੇਮ ਸੁਣ ਕੇ ਹੋਰ ਵੀ ਔਖਾ ਹੋ ਗਿਆ। ਕਾਜੀ ਨੇ ਕੌਲਾਂ ਨੂੰ ਕਿਹਾ ਕਿ ਤੂੰ ਹਿੰਦੂਆਂ ਦੇ ਪੀਰ ਦੀ ਤਾਰੀਫ ਕਰਦੀ ਹੈ, ਤੂੰ ਕਾਫਰ ਹੈ, ਤੂੰ ਇਸ ਕੰਮ ਤੋਂ ਬਾਜ਼ ਆ ਜਾ। ਤਾਂ
ਕੌਲਾਂ ਨੇ ਕਿਹਾ, ਗੁਰੂ ਜੀ ਤਾਂ ਅੱਲਾ ਦੇ ਨੂਰ ਹਨ, ਤੁਸੀਂ ਉਹਨਾਂ ਨਾਲ ਵਿਰੋਧ ਨਾ ਕਰਿਆ ਕਰੋ। ਕੌਲਾਂ ਦੀ ਇਹ ਗੱਲ ਸੁਣ ਕੇ ਕਾਜੀ ਬੜਾ ਦੁਖੀ ਹੋਇਆ ਤੇ ਉਸਨੇ ਗੁੱਸੇ ਵਿੱਚ ਆ ਕੇ ਬੀਬੀ ਕੌਲਾਂ ਨੂੰ ਬੈਂਤਾਂ ਨਾਲ ਬੜਾ ਮਾਰਿਆ। ਉਸਨੂੰ ਬਾਬਾ ਬੁੱਢਾ ਜੀ ਦੇ ਵਚਨ ਯਾਦ ਆ ਰਹੇ ਸਨ ਤੇ ਉਸਦਾ ਗੁੱਸਾ ਹੋਰ ਵੱਧ ਰਿਹਾ ਸੀ। ਕੌਲਾਂ ਦੀਆਂ ਚੀਕਾਂ ਸੁਣ ਕੇ ਕੌਲਾਂ ਦੀ ਮਾਤਾ ਨੇ ਆਣ ਕੇ ਉਸਨੂੰ ਛੁਡਾਇਆ। ਤਾਂ ਫਿਰ ਬੀਬੀ ਕੌਲਾਂ ਨੇ ਕਿਹਾ, ਹੇ ਪੀਰਾਂ ਦੇ ਪੀਰ, ਗੁਰੂ ਜੀ ਤੇਰੀ ਦੁਹਾਈ ਹੈ, ਮੈਨੂੰ ਇਸ ਦੁੱਖ ਤੋਂ ਬਚਾਓ। ਕੌਲਾਂ ਦੀ ਇਹ ਦੁਹਾਈ ਸੁਣ ਕੇ ਕਾਜੀ ਨੇ ਕੌਲਾਂ ਨੂੰ ਫੇਰ ਮਾਰਿਆ, ਜਿਸ ਨਾਲ ਕੌਲਾਂ ਬੇਹੋਸ਼ ਹੋ ਗਈ ਤੇ ਕਾਜੀ ਗੁੱਸੇ ਨਾਲ ਬਕਦਾ ਹੋਇਆ ਬਾਹਰ ਚਲਾ ਗਿਆ। ਕੌਲਾਂ ਨੂੰ ਜਦ ਕਾਜੀ ਨੇ ਬਹੁਤ ਮਾਰਿਆ ਅਤੇ ਗੁੱਸੇ ਨਾਲ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਤਾਂ ਕੌਲਾਂ ਨੇ ਖਾਣਾ ਪੀਣਾ ਛੱਡ ਦਿੱਤਾ ਤੇ ਅਤ ਦੁਖੀ ਹੋ ਕੇ ਆਪਣੇ ਇੱਕ ਦਾਸੀ ਨੂੰ ਰਾਤ ਸਮੇਂ ਗੁਰੂ ਜੀ ਕੋਲ ਭੇਜਿਆ ਤੇ ਬੇਨਤੀ ਕੀਤੀ, ਸਤਿਗੁਰੂ ਜੀ ਜਿਵੇਂ ਵੀ ਹੋਵੇ ਮੈਨੂੰ ਦਰਸ਼ਨ ਦਿਓ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਤੜਫ ਰਹੀ ਹਾਂ, ਮੈਨੂੰ ਇਸ ਦੁੱਖ ਤੋਂ ਬਚਾਓ। ਕੌਲਾਂ ਦੇ ਮਨ ਦੀ ਸੱਚੀ ਅਰਦਾਸ ਨੂੰ ਜਾਣ ਕੇ ਗੁਰੂ ਜੀ ਨੇ ਦਾਸੀ ਨੂੰ ਕਿਹਾ ਕਿ ਅਸੀਂ ਕੱਲ੍ਹ ਸਵੇਰੇ ਅੰਮ੍ਰਿਤਸਰ ਨੂੰ ਵਾਪਸ ਜਾ ਰਹੇ ਹਾਂ। ਕੌਲਾਂ ਨੂੰ ਕਹਿਣਾ, ਅੱਜ ਰਾਤ ਸਮੇਂ ਸਾਡੇ ਘੋੜੇ ਦੀ ਆਵਾਜ਼ ਸੁਣ ਕੇ ਝਟਪਟ ਹੀ ਆਪਣੇ ਮਹਿਲ ਤੋਂ ਬਾਹਰ ਨਿਕਲ ਕੇ ਬਿਨਾਂ ਕਿਸੇ ਡਰ ਦੇ ਸਾਡੇ ਕੋਲ ਆ ਜਾਵੇ। ਜਦੋਂ ਗੁਰੂ ਜੀ ਦਾ ਇਹ ਸੁਨੇਹਾ ਦਾਸੀ ਨੇ ਕੌਲਾਂ ਨੂੰ ਆਣ ਕੇ ਸੁਣਾਇਆ ਤਾਂ ਕੌਲਾਂ ਬੜੀ ਖੁਸ਼ ਹੋਈ ਅਤੇ ਆਪਣੀ ਬਾਰੀ ਵਿੱਚ ਬੈਠ ਕੇ ਗੁਰੂ ਜੀ ਦੀ ਉਡੀਕ ਕਰਨ ਲੱਗੀ। ਇਧਰ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਇੱਥੇ ਲਾਹੌਰ ਵਿੱਚ ਹੁਣ ਸਾਡਾ ਕੋਈ ਕੰਮ ਨਹੀਂ, ਸਭ ਡੇਰੇ ਨੂੰ ਤਿਆਰ ਕਰੋ ਤੇ ਅੰਮ੍ਰਿਤਸਰ ਵੱਲ ਚੱਲ ਪਾਓ। ਅੰਮ੍ਰਿਤਸਰ ਤੋਂ 5 ਕੋਹ ਠਹਿਰ ਕੇ ਸਾਡੀ ਉਡੀਕ ਕਰਨੀ, ਅਸੀਂ ਰਾਤ ਸਮੇਂ ਉੱਥੇ ਆ ਮਿਲਾਂਗੇ। ਬਾਬਾ ਬੁੱਢਾ ਜੀ ਗੁਰੂ ਜੀ ਦੀ ਆਗਿਆ ਮੰਨ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਚੱਲ ਪਏ। ਇਧਰੋਂ ਜਦੋਂ ਅੱਧੀ ਰਾਤ ਹੋ ਗਈ ਤਾਂ ਗੁਰੂ ਜੀ ਸ਼ਸਤਰ ਵਸਤਰ ਪਹਿਨ ਕੇ ਘੋੜੇ ਉੱਤੇ ਸਵਾਰ ਹੋ ਕੇ ਕਾਜੀ ਦੇ ਘਰ ਕੋਲ ਚਲੇ ਗਏ। ਕੌਲਾਂ ਅੱਗੇ ਹੀ ਗੁਰੂ ਜੀ ਦੀ ਉਡੀਕ ਕਰ ਰਹੀ ਸੀ। ਗੁਰੂ ਜੀ ਨੂੰ ਵੇਖ ਕੇ ਝਟਪਟ ਉਹ ਬਾਹਰ ਆ ਗਈ। ਗੁਰੂ ਜੀ ਨੇ ਕੌਲਾਂ ਨੂੰ ਆਪਣੇ ਪਿੱਛੇ ਘੋੜੇ ਤੇ ਬਿਠਾ ਲਿਆ ਤੇ ਘੋੜੇ ਨੂੰ ਹਵਾ ਵਾਂਗ ਦੌੜਾਇਆ। ਕੁਝ ਦੂਰ ਗੁਰੂ ਜੀ ਨੂੰ ਭਾਈ ਜੇਠਾ ਜੀ ਤੇ 5 ਸਿੱਖ ਘੋੜਿਆਂ ਤੇ ਅਸਵਾਰ ਮਿਲ ਗਏ। ਸਾਰੇ ਰਲ ਕੇ ਦਿਨ ਚੜ੍ਹੇ ਤੋਂ ਪਹਿਲਾਂ ਹੀ ਸ੍ਰੀ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਏ ਤੇ ਆ ਕੇ ਬਾਬਾ ਬੁੱਢਾ ਜੀ ਨੂੰ ਮਿਲੇ। ਦਿਨ ਚੜ੍ਹੇ ਗੁਰੂ ਜੀ ਨੇ ਬੀਬੀ ਕੌਲਾਂ ਵਾਸਤੇ ਡੋਲਾ ਮੰਗਵਾਇਆ। ਉਸ ਵਿੱਚ ਕੌਲਾਂ ਨੂੰ ਬਿਠਾ ਕੇ ਗੁਰੂ ਜੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ। ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਸੰਗਤਾਂ ਦਰਸ਼ਨ ਕਰਨ ਵਾਸਤੇ ਹੁਮਾ ਕੇ ਪੁੰਜੀਆਂ। ਜਦੋਂ ਮਾਤਾ ਗੰਗਾ ਜੀ ਨੇ ਕੌਲਾਂ ਦਾ ਡੋਲਾ ਦੇਖਿਆ ਤਾਂ ਉਹਨੇ ਪੁੱਛਿਆ, ਇਹ ਡੋਲਾ ਕਿਸ ਦਾ ਹੈ? ਤਾਂ ਭਾਈ ਜੇਠਾ ਜੀ ਨੇ ਦੱਸਿਆ, ਇਹ ਡੋਲਾ ਗੁਰੂ ਜੀ ਕਾਜੀ ਦੀ ਪੁੱਤਰੀ ਦਾ ਲਾਹੌਰ ਤੋਂ ਲਿਆਏ ਹਨ। ਗੁਰੂ ਪਿਆਰਿਓ, ਮਾਤਾ ਗੰਗਾ ਜੀ ਇਹ ਗੱਲ ਸੁਣ ਕੇ ਬਹੁਤ ਦੁਖੀ ਹੋਈ ਤੇ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ, ਇਹ ਕੰਮ ਤੁਸਾਂ ਨੇ ਚੰਗਾ ਨਹੀਂ ਕੀਤਾ ਹੈ। ਗੁਰੂ ਘਰ ਦਾ ਅਪਜਸ ਹੋਵੇਗਾ, ਤੁਸਾਂ ਆਪਣੀ ਉੱਚੀ ਪਦਵੀ ਦਾ ਖਿਆਲ ਨਹੀਂ ਰੱਖਿਆ। ਮਾਤਾ ਜੀ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਜੀ ਨੇ ਨੀਵੀਆਂ ਅੱਖਾਂ ਕਰਕੇ ਮਾਤਾ ਜੀ ਨੂੰ ਕਿਹਾ ਕਿ ਇਹ ਕਰਮ ਸਾਨੂੰ ਮਜਬੂਰ ਹੋ ਕੇ ਕਰਨਾ ਪਿਆ ਹੈ, ਇਹ ਸਾਡੇ ਵੱਸ ਦੀ ਗੱਲ ਨਹੀਂ। ਇਹ ਬਾਬਾ ਬੁੱਢਾ ਜੀ ਦੇ ਬਚਨ ਫਲੀਭੂਤ ਹੋਏ ਹਨ। ਇਹ ਵਚਨ ਕਹਿ ਕੇ ਗੁਰੂ ਜੀ ਚੁੱਪ ਕਰਕੇ ਉੱਠ ਆਏ ਤੇ ਬੀਬੀ ਕੌਲਾਂ ਨੂੰ ਆਪਣੇ ਮਹਿਲਾਂ ਤੋਂ ਦੂਰ ਇੱਕ ਵੱਖਰੀ ਥਾਂ ਤੇ ਨਿਵਾਸ ਕਰਾ ਦਿੱਤਾ। ਉਸ ਨੂੰ ਇੱਕ ਵੱਖਰਾ ਮਕਾਨ ਪਵਾ ਦਿੱਤਾ ਤੇ 2 ਦਾਸੀਆਂ ਸੇਵਾ ਕਰਨ ਵਾਸਤੇ ਦੇ ਦਿੱਤੀਆਂ ਤੇ ਬੀਬੀ ਕੌਲਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਉਧਰ ਜਦੋਂ ਕਾਜੀ ਨੂੰ ਆਪਣੀ ਪੁੱਤਰੀ ਦੇ ਗੁਰੂ ਜੀ ਦੇ ਨਾਲ ਚਲੇ ਜਾਣ ਦਾ ਪਤਾ ਲੱਗਾ ਤਾਂ ਉਹ ਬਾਦਸ਼ਾਹ ਕੋਲ ਜਾ ਕੇ ਰੋਇਆ ਤੇ ਫਰਿਆਦ ਕੀਤੀ। ਉਹ ਕਹਿਣ ਲੱਗਾ, ਗੁਰੂ ਹਰਗੋਬਿੰਦ ਜੀ ਮੇਰੀ ਪੁੱਤਰੀ ਨੂੰ ਭਰਮਾ ਕੇ ਅੰਮ੍ਰਿਤਸਰ ਲੈ ਗਏ ਹਨ। ਕਾਜੀ ਦਾ ਰੋਣਾ ਸੁਣ ਕੇ ਬਾਦਸ਼ਾਹ ਨੇ ਕਿਹਾ,
ਹੁਣ ਰੋਣ ਧੋਣ ਦਾ ਕੋਈ ਫਾਇਦਾ ਨਹੀਂ। ਇਸ ਤਰ੍ਹਾਂ ਰੌਲਾ ਪਾ ਕੇ ਆਪਣੀ ਬਦਨਾਮੀ ਨਾ ਕਰ। ਜੋ ਹੋਣਾ ਸੀ ਉਹ ਹੋ ਗਿਆ। ਕਾਜੀ ਘਰ ਆ ਕੇ ਜੁੜਨ ਲੱਗਾ ਕਿ ਘੋੜੇ ਦੀ ਰਕਮ ਵੀ ਨਾ ਮਿਲੀ ਤੇ ਪੁੱਤਰੀ ਨੂੰ ਵੀ ਗੁਰੂ ਲੈ ਗਿਆ। ਇੱਜ਼ਤ ਵੱਖਰੀ ਬਰਬਾਦ ਹੋਈ। ਹੁਣ ਬਾਦਸ਼ਾਹ ਨੇ ਵੀ ਜਵਾਬ ਦੇ ਦਿੱਤਾ ਹੈ, ਗੁਰੂ ਜ਼ੋਰਾਵਰ ਹੈ, ਉਸ ਨਾਲ ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ। ਹੁਣ ਤਾਂ ਸਬਰ ਕਰਕੇ ਚੁੱਪ ਹੀ ਰਹਿਣਾ ਠੀਕ ਹੈ। ਗੁਰੂ ਪਿਆਰਿਓ, ਕਾਜੀ ਬਾਦਸ਼ਾਹ ਅੱਗੇ ਗੁਰੂ ਜੀ ਦੀ ਸ਼ਿਕਾਇਤ ਕਰਕੇ ਜਦੋਂ ਨਿਰਾਸ਼ ਹੋ ਕੇ ਚਲਾ ਗਿਆ ਤਾਂ ਉਸਦੇ ਚਲੇ ਜਾਣ ਤੋਂ ਪਿੱਛੋਂ ਗੁਰੂ ਘਰ ਦੇ ਪ੍ਰੇਮੀ ਵਜ਼ੀਰ ਖਾਨ ਨੇ ਕਾਜੀ ਤੇ ਬਾਦਸ਼ਾਹ ਨਾਲ ਹੋਈ ਗੱਲਬਾਤ ਬਾਰੇ ਗੁਰੂ ਜੀ ਨੂੰ ਸਾਰੀ ਗੱਲ ਚਿੱਠੀ ਵਿੱਚ ਲਿਖ ਕੇ ਭੇਜ ਦਿੱਤੀ ਕਿ ਬਾਦਸ਼ਾਹ ਨੇ ਕਾਜੀ ਦੀ ਕੋਈ ਸ਼ਿਕਾਇਤ ਨਹੀਂ ਸੁਣੀ। ਆਪ ਨਿਸ਼ਚਿੰਤ ਹੋ ਕੇ ਆਨੰਦ ਨਾਲ ਰਹੋ। ਇਹ ਚਿੱਠੀ ਜਦੋਂ ਮਾਤਾ ਜੀ ਨੇ ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਸੁਣਾਈ ਤਾਂ ਸਭ ਨੇ ਖੁਸ਼ੀ ਮਨਾਈ। ਇੱਕ ਦਿਨ ਜਦ ਕੋਲਾਂ ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਦੇ ਜਨਮ ਦੀ ਵਧਾਈ ਦੇਣ ਲਈ ਗੁਰੂ ਜੀ ਦੇ ਮਹਿਲਾਂ ਵਿੱਚ ਗਈ ਤਾਂ ਉੱਥੇ ਸਾਹਿਬਜ਼ਾਦਿਆਂ ਨੂੰ ਖੇਡਦੇ ਵੇਖ ਕੇ ਬੜੀ ਖੁਸ਼ ਹੋਈ ਤੇ ਸਾਰਿਆਂ ਨੂੰ ਗੋਦ ਵਿੱਚ ਲੈ ਕੇ ਬੜਾ ਪਿਆਰ ਕੀਤਾ। ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ ਤੇ ਸਾਰਾ ਦਿਨ ਗੁਰੂ ਕੇ ਮਹਿਲਾਂ ਵਿੱਚ ਬਿਤਾ ਕੇ ਸ਼ਾਮ ਨੂੰ ਆਪਣੇ ਟਿਕਾਣੇ ਤੇ ਆ ਗਈ। ਸਾਰੀ ਰਾਤ ਕੋਲਾਂ ਦਾ ਧਿਆਨ ਬੱਚਿਆਂ ਵਿੱਚ ਹੀ ਰਿਹਾ ਅਤੇ ਉਸ ਦੇ ਮਨ ਵਿੱਚ ਇਹ ਭਾਵਨਾ ਜਾਗੀ ਕਿ ਮੇਰੀ ਗੋਦ ਵਿੱਚ ਵੀ ਕੋਈ ਪੁੱਤਰ ਹੋਵੇ। ਕੋਲਾਂ ਦੀ ਸਾਰੀ ਰਾਤ ਇਹਨਾਂ ਸੋਚਾਂ ਵਿੱਚ ਹੀ ਲੰਘ ਗਈ। ਦੂਜੇ ਦਿਨ ਜਦ ਗੁਰੂ ਜੀ ਕੋਲਾਂ ਦੇ ਡੇਰੇ ਗਏ ਤਾਂ ਕੋਲਾਂ ਨੂੰ ਉਦਾਸ ਦੇਖ ਕੇ ਉਦਾਸੀ ਦਾ ਕਾਰਨ ਪੁੱਛਿਆ। ਕੋਲਾਂ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਜੀ, ਕੱਲ ਮੈਂ ਆਪ ਜੀ ਦੇ ਮਹਿਲਾਂ ਵਿੱਚ ਗਈ ਸਾਂ। ਉੱਥੇ ਬੱਚਿਆਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਵੀ ਇਹ ਭਾਵਨਾ ਜਾਗ ਪਈ ਹੈ ਕਿ ਜੇ ਮੈਂ ਵੀ ਵਿਆਹੀ ਹੁੰਦੀ ਤਾਂ ਮੇਰੀ ਵੀ ਸੰਤਾਨ ਹੁੰਦੀ ਤੇ ਮੇਰੇ ਪਿੱਛੋਂ ਸੰਸਾਰ ਵਿੱਚ ਮੇਰਾ ਨਾਂ ਰਹਿੰਦਾ। ਤਾਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਕੋਲਾਂ, ਅਸੀਂ ਤੈਨੂੰ ਉਹ ਪੁੱਤਰ ਬਖਸ਼ਦੇ ਹਾਂ ਜਿਸ ਨਾਲ ਤੇਰਾ ਨਾਂ ਸਦਾ ਇਸ ਜਗ ਵਿੱਚ ਕਾਇਮ ਰਹੇਗਾ। ਤੇਰੇ ਨਾਮ ਉੱਤੇ ਅਸੀਂ ਤੇਰੇ ਸਥਾਨ ਕੋਲ ਹੀ ਇੱਕ ਸਰੋਵਰ ਬਣਵਾ ਦਿੰਦੇ ਹਾਂ। ਜਿਹੜਾ ਸਿੱਖ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਫਿਰ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਸ ਦੇ ਤਨ ਮਨ ਦੀ ਮੈਲ ਦੂਰ ਹੋਵੇਗੀ। ਇਹ ਵਚਨ ਕਰਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਆਗਿਆ ਦਿੱਤੀ ਕਿ ਕੋਲਾਂ ਦੇ ਡੇਰੇ ਵਿੱਚ ਇੱਕ ਸਰੋਵਰ ਤਿਆਰ ਕਰਵਾਓ ਤੇ ਉਸ ਦਾ ਨਾਂ ਕੌਲਸਰ ਰੱਖੋ। ਗੁਰੂ ਪਿਆਰਿਓ, ਗੁਰੂ ਜੀ ਦੀ ਆਗਿਆ ਮੰਨ ਕੇ ਬਾਬਾ ਬੁੱਢਾ ਜੀ ਨੇ ਅਰਦਾਸ ਕਰਕੇ ਬਹੁਤ ਸਾਰੇ ਸਿੱਖ ਸੇਵਕ ਤੇ ਮਜ਼ਦੂਰ ਲਾ ਕੇ ਸਰੋਵਰ ਦੀ ਪੁਟਾਈ ਸ਼ੁਰੂ ਕਰ ਦਿੱਤੀ। ਜਦੋਂ ਸਰੋਵਰ ਤਿਆਰ ਹੋ ਗਿਆ ਤਾਂ ਸ੍ਰੀ ਅੰਮ੍ਰਿਤ ਸਰੋਵਰ ਵਿੱਚੋਂ ਇੱਕ ਖਾਲ ਕੱਢ ਕੇ ਸਰੋਵਰ ਵਿੱਚ ਜਲ ਪਾ ਦਿੱਤਾ ਅਤੇ ਅੱਗੇ ਤੋਂ ਵੀ ਅੰਮ੍ਰਿਤ ਸਰੋਵਰ ਦਾ ਜਲ ਸਰੋਵਰ ਵਿੱਚ ਜਾਣ ਦਾ ਪੱਕਾ ਇੰਤਜ਼ਾਮ ਕਰ ਦਿੱਤਾ। ਇਸ ਸਰੋਵਰ ਦੀ ਪੂਰਨਤਾ ਤੇ ਗੁਰੂ ਜੀ ਨੇ ਇੱਕ ਬੜਾ ਵੱਡਾ ਯੱਗ ਕੀਤਾ ਅਤੇ ਇਸ ਸਰੋਵਰ ਦਾ ਨਾਂ ਕੌਲਸਰ ਰੱਖਿਆ। ਇਸ ਸਰੋਵਰ ਦੀ ਰਚਨਾ ਵੇਖ ਕੇ ਮਾਤਾ ਕੌਲਾ ਜੀ ਬੜੇ ਖੁਸ਼ ਹੋਏ। ਗੁਰੂ ਪਿਆਰਿਓ, ਜਦੋਂ ਬੀਬੀ ਕੌਲਾਂ ਗੁਰੂ ਘਰ ਵਿੱਚ ਆਏ ਸਨ, ਉਸ ਦਿਨ ਤੋਂ ਹੀ ਵਿਰੋਧੀ ਲੋਕਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਗੁਰੂ ਜੀ ਪੁਰਾਣੇ ਗੁਰੂਆਂ ਦੀ ਮਰਿਆਦਾ ਤਿਆਗ ਕੇ ਸਵੀਕਾਰ ਕਰਦੇ ਹਨ, ਸੰਗਤ ਵੱਲ ਬਹੁਤ ਥੋੜ੍ਹਾ ਧਿਆਨ ਦਿੰਦੇ ਹਨ। ਘਰ ਵਿੱਚ ਇੱਕ ਮੁਸਲਮਾਨੀ ਕੌਲਾਂ ਨੂੰ ਰੱਖਿਆ ਹੋਇਆ ਹੈ, ਮੁਸਲਮਾਨ ਪੈਂਦੇ ਖਾਂ ਨੂੰ ਵੀ ਆਪਣੇ ਕੋਲ ਰੱਖਿਆ ਹੋਇਆ ਹੈ। ਇਹਨਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਸਦਾ ਨਾਮ ਰਸ ਵਿੱਚ ਲੀਨ ਰਹਿੰਦੇ ਸਨ ਤੇ ਭਗਤੀ ਮਾਰਗ ਦਾ ਉਪਦੇਸ਼ ਦਿੰਦੇ ਸਨ। ਇਹ ਗੁਰੂ ਜੀ ਸਾਹੀ ਠਾਠ ਬਾਠ ਨਾਲ ਰਹਿੰਦੇ ਹਨ ਤੇ ਫੌਜੀ ਤਿਆਰੀਆਂ ਕਰਦੇ ਰਹਿੰਦੇ ਹਨ। ਸਤਿਗੁਰੂ ਜੀ ਦੀ ਨਿੰਦਿਆ ਸੁਣ ਕੇ ਸਰਦਾਵਾਨ ਸਿੱਖ ਬੜੇ ਦੁਖੀ ਹੋਏ। ਕੁਝ ਮੁਖੀ ਸਿੱਖ ਮਿਲ ਕੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਜੀ, ਗੁਰੂ ਘਰ ਦੇ ਵਿਰੋਧੀ ਬੀਬੀ ਕੌਲਾਂ ਦੇ ਆਣ ਕਰਕੇ ਗੁਰੂ ਜੀ ਦੀ ਨਿੰਦਿਆ ਕਰਦੇ ਹਨ।
ਸਾਡੇ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ। ਸਾਡੀ ਇੱਛਾ ਇਹ ਹੈ ਕਿ ਤੁਸੀਂ ਸਾਡੇ ਨਾਲ ਚੱਲੋ ਤਾਂ ਅਸੀਂ ਬਾਬਾ ਬੁੱਢਾ ਜੀ ਕੋਲ ਚੱਲ ਕੇ ਬੇਨਤੀ ਕਰੀਏ ਕਿ ਉਹ ਗੁਰੂ ਜੀ ਨੂੰ ਬੀਬੀ ਕੌਲਾਂ ਦੇ ਤਿਆਗ ਕਰਨ ਵਾਸਤੇ ਕਹੇ। ਇਹ ਸਲਾਹ ਕਰਕੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕੁਝ ਸਿੱਖ ਬਾਬਾ ਬੁੱਢਾ ਜੀ ਕੋਲ ਬੀੜ ਵਿੱਚ ਪਹੁੰਚੇ। ਸਭ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਅਤੇ ਅੰਮ੍ਰਿਤਸਰ ਵਿੱਚ ਵਿਰੋਧੀਆਂ ਵੱਲੋਂ ਗੁਰੂ ਜੀ ਦੀ ਹੋ ਰਹੀ ਨਿੰਦਿਆ ਬਾਰੇ ਦੱਸਿਆ। ਬਾਬਾ ਜੀ ਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਤੁਸੀਂ ਕੋਈ ਭਰਮ ਨਾ ਕਰੋ, ਗੁਰੂ ਜੀ ਕਰਨ ਸਮਰਥ ਹਨ, ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗ ਸਕਦਾ। ਗੁਰੂ ਜੀ ਕਰਮਾਂ ਵਿੱਚ ਲਿਪਾਇਮਾਨ ਨਹੀਂ ਹੁੰਦੇ। ਬਾਬਾ ਬੁੱਢਾ ਜੀ ਦੇ ਵਚਨ ਸੁਣ ਕੇ ਸਾਰੀਆਂ ਸੰਗਤਾਂ ਨੇ ਕਿਹਾ, ਬਾਬਾ ਜੀ ਆਪ ਜੀ ਦੇ ਵਚਨ ਯਥਾਰਥ ਹਨ, ਪਰ ਜਦੋਂ ਅਸੀਂ ਲੋਕਾਂ ਕੋਲ ਗੁਰੂ ਜੀ ਦੀ ਨਿੰਦਿਆ ਸੁਣਦੇ ਹਾਂ ਤਾਂ ਸਾਡੇ ਮਨ ਬਹੁਤ ਦੁਖੀ ਹੁੰਦੇ ਹਨ। ਆਪ ਕਿਰਪਾ ਕਰਕੇ ਸਾਡੇ ਨਾਲ ਚੱਲੋ ਤੇ ਗੁਰੂ ਜੀ ਅੱਗੇ ਬੇਨਤੀ ਕਰੋ ਕਿ ਉਹ ਬੀਬੀ ਕੌਲਾਂ ਤੇ ਪੈਂਦੇ ਖਾਂ ਦਾ ਤਿਆਗ ਕਰਨ। ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਬੁੱਢਾ ਜੀ ਅੰਮ੍ਰਿਤਸਰ ਆ ਗਏ। ਗੁਰੂ ਜੀ ਉਸ ਸਮੇਂ ਸ਼ਿਕਾਰ ਖੇਡਣ ਵਾਸਤੇ ਗਏ ਹੋਏ ਸਨ। ਬਾਬਾ ਜੀ ਸਾਰੀ ਸੰਗਤ ਨੂੰ ਨਾਲ ਲੈ ਕੇ ਰਾਮਸਰ ਵਾਲੇ ਪਾਸੇ ਪਹੁੰਚ ਗਏ। ਗੁਰੂ ਜੀ ਨੂੰ ਆਪਣੇ ਆਉਣ ਦਾ ਪਤਾ ਦੇਣ ਲਈ ਕੁਝ ਸਿੱਖਾਂ ਨੂੰ ਬਾਬਾ ਜੀ ਨੇ ਗੁਰੂ ਜੀ ਦੇ ਵੱਲ ਤੋਰਿਆ। ਜਦੋਂ ਗੁਰੂ ਜੀ ਸ਼ਿਕਾਰ ਤੋਂ ਵਾਪਸ ਆਏ ਤਾਂ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਬਾਬਾ ਬੁੱਢਾ ਜੀ ਆਪ ਨੂੰ ਮਿਲਣ ਵਾਸਤੇ ਰਾਮਸਰ ਦੀ ਜਗ੍ਹਾ 'ਤੇ ਬੈਠੇ ਹਨ। ਤਾਂ ਗੁਰੂ ਜੀ ਉਸ ਵੇਲੇ ਰਾਮਸਰ ਵੱਲ ਚੱਲ ਪਏ। ਘੋੜੇ ਤੋਂ ਉਤਰ ਕੇ ਗੁਰੂ ਜੀ ਨੇ ਬਾਬਾ ਜੀ ਨੂੰ ਤੇ ਬਾਬਾ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਜਦੋਂ ਗੁਰੂ ਜੀ ਨੇ ਬਾਬਾ ਜੀ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਕਿਹਾ, ਹੇ ਅੰਤਰਯਾਮੀ ਸਤਿਗੁਰੂ ਜੀ, ਆਪ ਘਟ ਘਟ ਦੀ ਜਾਣਨਹਾਰ ਹੋ, ਪਰ ਫਿਰ ਵੀ ਮੈਂ ਸੰਗਤ ਵੱਲੋਂ ਇਹ ਬੇਨਤੀ ਕਰਨ ਲਈ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਬੇਨਤੀ ਇਹ ਹੈ ਕਿ ਆਪ ਦੇ ਕੌਤਕਾਂ ਨੂੰ ਸੰਸਾਰੀ ਜੀਵ ਨਹੀਂ ਸਮਝ ਸਕਦੇ। ਇਸ ਵਾਸਤੇ ਕਈ ਤਰ੍ਹਾਂ ਦੇ ਦੋਸ਼ ਆਪ ਜੀ ਨੂੰ ਲੋਕੀ ਲਾ ਰਹੇ ਹਨ ਤੇ ਨਿੰਦਿਆ ਕਰ ਰਹੇ ਹਨ। ਸਿੱਖ ਆਪ ਦੀ ਨਿੰਦਿਆ ਸੁਣ ਕੇ ਬੜੇ ਦੁਖੀ ਹੁੰਦੇ ਹਨ। ਸਿੱਖ ਵਿਰੋਧੀ ਨਿੰਦਕਾਂ ਨਾਲ ਲੜਦੇ ਝਗੜਦੇ ਹਨ। ਆਪ ਸਿੱਖਾਂ ਨੂੰ ਇਸ ਕਲਹ ਕਲੇਸ਼ ਤੋਂ ਬਚਾਉਣ ਲਈ ਬੀਬੀ ਕੌਲਾਂ ਦਾ ਤਿਆਗ ਕਰ ਦਿਓ। ਇਹ ਸਭ ਸੰਗਤ ਬੇਨਤੀ ਕਰਨ ਲਈ ਹਾਜ਼ਰ ਹੋਈ ਹੈ। ਬਾਬਾ ਜੀ ਦੀ ਇਹ ਗੱਲ ਸੁਣ ਕੇ ਕੋਲ ਬੈਠੇ ਭਾਈ ਜੇਠਾ ਜੀ, ਭਾਈ ਦਾਤੂ ਜੀ ਤੇ ਭਾਈ ਬਿਧੀ ਚੰਦ ਜੀ ਆਦਿ ਸਿੱਖ ਵੀ ਬੋਲ ਉੱਠੇ, ਮਹਾਰਾਜ ਬਾਬਾ ਜੀ ਠੀਕ ਕਹਿੰਦੇ ਹਨ। ਆਪ ਜੀ ਦੀ ਬਹੁਤ ਨਿੰਦਿਆ ਹੋ ਰਹੀ ਹੈ। ਬਾਬਾ ਜੀ ਦੀ ਬੇਨਤੀ ਮੰਨਣ ਯੋਗ ਹੈ। ਗੁਰੂ ਜੀ ਨੇ ਸਭ ਸਿੱਖਾਂ ਦੇ ਵਚਨ ਸੁਣ ਕੇ ਫਰਮਾਇਆ, ਬਾਬਾ ਜੀ ਤੁਹਾਡੇ ਵਚਨਾਂ ਕਰਕੇ ਹੀ ਕੌਲਾਂ ਆਈ ਸੀ ਤੇ ਆਪ ਜੀ ਦੇ ਵਚਨਾਂ ਨਾਲ ਹੀ ਇਸ ਨੂੰ ਤਿਆਗਣ ਦਾ ਵਿਚਾਰ ਹੋਈ ਹੈ, ਪਰ ਹੁਣ ਇਸ ਦੀ ਉਮਰ ਸਿਰਫ 15 ਦਿਨ ਬਾਕੀ ਹੈ। ਇਸ ਤੋਂ ਉਪਰੰਤ ਇਸ ਦਾ ਤਿਆਗ ਆਪਣੇ ਆਪ ਹੀ ਹੋ ਜਾਏਗਾ। ਤਦ ਬਾਬਾ ਜੀ ਨੇ ਬੇਨਤੀ ਕੀਤੀ, ਪਰ ਤੁਸੀਂ 15 ਦਿਨ ਵੀ ਇਸ ਨੂੰ ਇੱਥੇ ਨਾ ਰੱਖੋ। ਤਾਂ ਗੁਰੂ ਜੀ ਨੇ ਕਿਹਾ, ਚੰਗਾ, ਜੇ ਆਪ ਦੀ ਇਹੋ ਇੱਛਾ ਹੈ ਤਾਂ ਅਸੀਂ ਇਸ ਨੂੰ ਅੱਜ ਹੀ ਕਰਤਾਰਪੁਰ ਭੇਜ ਦਿੰਦੇ ਹਾਂ। ਗੁਰੂ ਪਿਆਰਿਓ, ਗੁਰੂ ਜੀ ਨੇ ਬਾਬਾ ਬੁੱਢਾ ਜੀ ਦਾ ਵਚਨ ਮੰਨ ਕੇ ਕਿਹਾ। ਗੁਰੂ ਜੀ ਦਾ ਇਹ ਫੈਸਲਾ ਸੁਣ ਕੇ ਸਿੱਖ ਬੜੇ ਖੁਸ਼ ਹੋਏ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਕਿਹਾ, ਮਹਾਰਾਜ ਜੀ, ਇਸ ਸਥਾਨ ਤੇ ਸੱਤ ਤੇ ਅਸਤ ਦੀ ਵਿਚਾਰ ਹੋਈ ਹੈ। ਇਸ ਕਰਕੇ ਆਪ ਇੱਥੇ ਇੱਕ ਸਰੋਵਰ ਦੀ ਰਚਨਾ ਕਰਨ ਦੀ ਆਗਿਆ ਦਿਓ ਤੇ ਇਸ ਸਰੋਵਰ ਦਾ ਨਾਂ ਵਿਵੇਕਸਰ ਰੱਖੋ। ਜਿਹੜਾ ਕੋਈ ਸਿੱਖ ਇਸ ਸਰੋਵਰ ਵਿੱਚ ਪ੍ਰੇਮ ਤੇ ਸ਼ਰਧਾ ਨਾਲ ਇਸ਼ਨਾਨ ਕਰੇਗਾ, ਉਸ ਨੂੰ ਗਿਆਨ ਤੇ ਵਿਵੇਕ ਦੀ ਪ੍ਰਾਪਤੀ ਹੋਵੇਗੀ ਤੇ ਉਸ ਦੇ ਸਾਰੇ ਦੋਸ਼ ਮੁੱਕ ਜਾਣਗੇ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਸਤ ਵਚਨ ਆਖ ਕੇ ਇਸ ਸਰੋਵਰ ਦੀ ਨੀਂਹ ਬਾਬਾ ਜੀ ਦੇ ਹੱਥੋਂ ਹੀ ਰਖਵਾਈ ਤੇ ਵਚਨ ਕੀਤਾ ਕਿ ਇੱਥੇ ਵਿਵੇਕੀ ਸਿੱਖ ਨਿਵਾਸ ਕਰਿਆ ਕਰਨਗੇ। ਗੁਰੂ ਜੀ ਨੇ ਸੰਗਤ ਦੀ ਬੇਨਤੀ ਮੰਨ ਕੇ
ਸਾਰਿਆਂ ਨੂੰ ਖੁਸ਼ ਕਰ ਦਿੱਤਾ। ਮਾਤਾ ਗੰਗਾ ਜੀ ਤੇ ਗੁਰੂ ਜੀ ਦੇ ਮਹਿਲ ਵੀ ਬੜੇ ਖੁਸ਼ ਹੋਏ। ਇਹ ਕਾਰਜ ਕਰਕੇ ਬਾਬਾ ਬੁੱਢਾ ਜੀ ਬੀੜ ਨੂੰ ਵਾਪਸ ਚਲੇ ਗਏ। ਸੋ ਗੁਰੂ ਪਿਆਰਿਓ, ਇਸ ਤਰ੍ਹਾਂ ਮਾਤਾ ਕੌਲਾਂ ਜੀ ਦਾ ਪ੍ਰਸੰਗ ਹੋਇਆ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵੀਡੀਓ ਨੂੰ ਲਾਈਕ ਕਰਨਾ, ਯਾਰਾਂ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਨਾ, ਕਮੈਂਟ ਕਰਨਾ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।